इस करके आओ जो पातशाह की किरपा दे नाल अपनी सिद्ध गोष्ठ जो धन श्री गुरु नानक देव साहिब महाराज शमेर पर्वत के उपर उन्हां दी सिद्धां दे नाल गोष्ठ होई। अगे आपां आरंभ करिए। पातशाह की विचार चल रही है। एक चरपट नां दे सिद्ध ने सतगुरु पातशाह गुरु नानक साहिब महाराज दे अगे प्रश्न किया। कहंदा सच्चे पातशाह ये जिहड़ी दुनिया है इहनूं बड़ा गहरा सागर कहंदे ने, जिहनूं तरना बहुत औखा ते इह तों किवें पार होया जा सकदा, इहदे वास्ते सानूं कोई विचार दिओ। की बोलिया चरपट? कहंदा जी दुनिया सागर दुत्तर कहीए, क्यों कर पाईए पारो। चरपट बोले औदू नानक देहो सच्चा विचारो। बड़ा गहराई वाला उन्हें सवाल करिया, क्योंकि जिहदे आपां भव सागर की गल सुनते हैं, भव जल की गल सुनते हैं, वो कोई पानी का बनिया होया नहीं है जिहदे तो पार होना सी। ਉਹ ਭਵ ਸਾਗਰ है ਸਾਡੇ इन्हां संसार ਦੇ ਵਿਚਾਰਾਂ ਦਾ ਭਵ ਸਾਗਰ, ਜਿਹਦੇ ਅੰਦਰ ਸਾਡਾ ਧਿਆਨ ਆ ਜਿਹੜਾ ਹਰ ਸਮੇਂ ਡੁੱਬਿਆ ਰਹਿੰਦਾ, ਵਿਚਾਰਾਂ ਤੋਂ ਬਾਹਰ ਹੀ ਨਹੀਂ ਆਉਂਦਾ। ਤੇ ਇਹ ਜਿਹੜਾ ਸਾਗਰ ਹੈ ਇਹਦਾ ਕੋਈ ਤੋਲ ਮਾਪ ਨਹੀਂ, ਮਿਣਿਆ ਤੋਲਿਆ ਨਹੀਂ ਜਾਂਦਾ। ਕਿਸੇ ਸੰਸਾਰ ਦੇ ਸਾਧਨ ਨਾਲ ਇਹਦੇ ਤੋਂ ਜੀਵ ਪਾਰ ਨਹੀਂ ਹੋ ਸਕਦਾ। इनू डरावना कहता गुरबाणी, भौ जल बिखम डरावनो, ना कंधी ते ना पार, ना बेड़ी ना तुलहड़ा, ना तिस मंझ मलार। इहदा कोई माप तोल नहीं, कोई किनारा नहीं। ये आपां आपदे जीवन की कहानी ते प्रैक्टिकल करके देख सकते हैं। जिन्नी जिन्नी अपनी उम्र कि साडे विचारां दी अजे रोकथाम ही नहीं हुई, ऐसे ये भव सागर के अंदर इंसान डिगदा जिहड़ा बड़ा मुश्किल है करना। भावें गुरु घरां दे अंदर आपां दोहरा भी पढ़ते हैं कि वाहिगुरु नाम जहाज है, चढ़े सो उतरे पार, जो शरधा कर सेवदे, गुर पार उतारन हार। पर कई बार इन्हां गल्लां तो असीं दूर रह जाने आ। ਇਹ ਦੋਹਰਾ ਪੜ੍ਹਨ ਤੱਕ ਤੇ ਸੁਣਨ ਤੱਕ ਤੇ ਸੁਣਾਉਣ ਤੱਕ ਸੀਮਤ ਰਹਿ ਜਾਂਦੇ ਆ। ਪਾਤਸ਼ਾਹ ਨੇ ਤਾਂ ਬੜਾ ਸੌਖਾ ਕਰਕੇ ਸਮਝਾਤਾ ਕਿ ਇਹ ਭਾਈ ਜਹਾਜ਼ ਵਾਹਿਗੁਰੂ ਦੇ ਨਾਮ ਦਾ, ਜਿਹਦੇ ਤੇ ਤੁਸੀਂ ਸਵਾਰੀ ਕਰਨੀ ਆ ਤੇ ਇਹ ਤੇ ਸਵਾਰੀ ਕਰਕੇ ਇੱਥੋਂ ਪਾਰ ਹੋਣਾ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਹੁਣ ਇਹ ਵਾਹਿਗੁਰੂ ਦਾ ਜਿਹੜਾ ਜਹਾਜ਼ ਆ ਇਹਦੇ ਤੇ ਸਵਾਰੀ ਕਿਵੇਂ ਕਰਨੀ ਆ, ਜਹਾਜ਼ ਕਿਹੜਾ, ਪਾਰ ਕਿੱਥੋਂ ਹੋਣਾ ਤੇ ਕਿਵੇਂ ਹੋਣਾ, ਇਹਦਾ ਸਾਨੂੰ ਗਿਆਨ ਲੈਣ ਦੀ ਜ਼ਰੂਰਤ ਹੈ। ਫਿਰ ਜਦੋਂ ਆਪਾਂ ਨੂੰ ਸੋਝੀ ਆਉਂਦੀ ਆ, ਜਦੋਂ ਆਪਾਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ ਆ, ਇਹਦੀ ਜਿਹੜੀ ਆਵਾਜ਼ ਆ ਇਹ ਜਹਾਜ਼ ਦਾ ਕੰਮ ਕਰਦੀ ਆ। ਤੇ ਸਾਡੀ ਸੁਰਤੀ ਜਦੋਂ ਇਹਦੇ ਨਾਲ ਜੁੜ ਜਾਂਦੀ ਆ, ਇਹਦੇ ਤੇ ਸਵਾਰੀ ਹੋ ਜਾਂਦੀ ਆ ਤੇ ਇਹ ਭਵ ਸਾਗਰ ਜਿਹੜਾ ਦੁਨੀਆ ਦਾ ਵਿਚਾਰਾਂ ਦਾ, ਇਹ ਤੋਂ ਬਾਹਰ ਆ ਜਾਂਦਾ ਇਨਸਾਨ। ਤੇ ਨਾਲ ਮਹਾਰਾਜ ਨੇ ਸ਼ਰਤ ਕੀ ਰੱਖਤੀ, ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ। ਜਿਨ੍ਹਾਂ ਨੂੰ ਫਿਰ ਇਸ ਗੱਲ ਦੀ ਸ਼ਰਧਾ ਬਣ ਗਈ, ਭਾਵਨਾ ਬਣ ਗਈ, ਪਿਆਰ ਦੇ ਨਾਲ, ਜਿਵੇਂ ਆਪਾਂ ਨੂੰ ਹੁਕਮ ਹੈ ਗੁਰੂ ਨਾਨਕ ਪਾਤਸ਼ਾਹ ਦਾ ਇਤਿਹਾਸ ਦੇ ਅੰਦਰ ਕਿ ਅੰਤਰ ਸਵਾਸ ਜੇ ਵਾਹੇ ਮਿਲਾਵੇਂ, ਨਿਕਸੇ ਵਹਿਰ ਤਾਂ ਗੁਰੂ ਅਲਾਵੇਂ। ਆਪਣੀ ਆਵਾਜ਼ ਦੇ ਅੰਦਰ ਸੁਰਤ ਨੂੰ ਟਿਕਾਉਣਾ। ਜਿਉਂ-ਜਿਉਂ ਅਸੀਂ ਟਿਕਦੇ ਜਾਵਾਂਗੇ ਸ਼ਰਧਾ ਸਾਡੀ ਬਣਦੀ ਜਾਊਗੀ। ਇਹ ਵਿਚਾਰਾਂ ਦਾ ਜਿਹੜਾ ਚਰਪਟ ਦਾ ਹੁਣ ਇੱਥੇ ਸਵਾਲ ਆ ਕਿ ਦੁਨੀਆ ਸਾਗਰ ਦੁੱਤਰ ਕਹੀਏ, क्यों कर पाईए पारो। चरपट बोले औदू नानक देहो सच्चा विचारो के ये विचार सानू दिओ।
ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਇਹ ਚਰਪਟਨਾਥ ਜੀ, ਕਿਉਂਕਿ ਉਹਦੇ 'ਚ ਥੋੜ੍ਹੀ ਬਹੁਤੀ ਮਾਲਕ ਦੀ ਕਿਰਪਾ ਸੀ, ਉਹੀ ਬੰਦਾ ਸਵਾਲ ਕਰਦਾ, ਤੇ ਜਿਹਦਾ ਧਿਆਨ ਹੋਵੇ ਜਾਂ ਜਿਹਨੂੰ ਫਿਕਰ ਹੋਵੇ ਜਾਂ ਜਿਹੜਾ ਧਿਆਨ ਦੇ ਨਾਲ ਗੱਲ ਸੁਣਦਾ ਹੋਵੇ, ਨਹੀਂ ਤਾਂ ਪ੍ਰਸ਼ਨ ਹੀ ਨਹੀਂ ਹੁੰਦਾ। ਤੇ ਮਹਾਰਾਜ ਕਹਿੰਦੇ ਆਪੇ ਆਖੈ ਆਪੇ ਸਮਝੈ ਤਿਸ ਕਿਆ ਉੱਤਰ ਦੀਜੈ। ਇਹ ਚਰਪਟਨਾਥ ਜੀ ਆਪ ਹੀ ਤੁਸੀਂ ਸਵਾਲ ਆਖ ਰਹੇ ਹੋ, ਤੇ ਆਪ ਹੀ ਤੁਹਾਨੂੰ ਇੰਨੀ ਸਮਝ ਵੀ ਹੈ ਕਿ ਇਹ ਭਵ ਸਾਗਰ ਦੁਨੀਆ ਜਿਹੜੀ ਹੈ ਬੜਾ ਕਠਿਨ ਹੈ, ਇਹ ਤੋਂ ਤਰਨਾ। ਤੁਹਾਨੂੰ ਅਸੀਂ ਕੀ ਉੱਤਰ ਦਈਏ? ਤੁਸੀਂ ਤਾਂ ਆਪ ਜਾਣਕਾਰੀ ਰੱਖਦੇ ਹੋ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦਾ ਸਤਿਕਾਰ ਵੀ ਕਰ ਰਹੇ ਆ ਕਿ ਉਹ ਕਿਸੇ ਗੱਲੋਂ ਇਹ ਨਾ ਸਮਝ ਜਾਣ ਕਿ ਅਸੀਂ ਨੀਵੇਂ ਆ। ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਬੜਾ ਪਿਆਰ ਦੇ ਨਾਲ ਬੋਲੇ, ਕਹਿੰਦੇ ਇਹ ਚਰਪਟ ਤੁਸੀਂ ਜੋ ਸਵਾਲ ਬੋਲ ਰਹੇ ਹੋ, ਆਪੇ ਆਖੈ ਆਪੇ ਸਮਝੈ, ਇਹਦੀ ਤੁਹਾਨੂੰ ਸਮਝ ਵੀ ਆ, ਤਿਸ ਕਿਆ ਉੱਤਰ ਦੀਜੈ, ਤੁਹਾਨੂੰ ਅਸੀਂ ਕੀ ਉੱਤਰ ਦਈਏ? ਤੇ ਉਹ ਕਹਿੰਦਾ ਜੀ ਕੁਝ ਨਾ ਕੁਝ ਤਾਂ ਦੱਸੋ, ਮੇਰੇ ਮਨ ਦੇ ਅੰਦਰ ਤੜਫ ਆ। ਮਹਾਰਾਜ ਜੀ ਕਹਿੰਦੇ ਸਾਚ ਕਹੋ ਤੁਮ ਪਾਰ ਗ੍ਰਾਮੀ, ਤੁਝ ਕਿਆ ਬੈਸਣ ਦੀਜੈ। ਇਹ ਸੰਸਾਰ ਤੋਂ ਪਾਰ ਹੋਣ ਦੀ ਇੱਛਾ ਰੱਖਣ ਵਾਲੇ ਚਰਪਟਨਾਥ, ਤੁਹਾਨੂੰ ਅਸੀਂ ਕੀ ਉੱਤਰ ਦਈਏ? ਤੁਸੀਂ ਤਾਂ ਇਹ ਗੱਲ ਬਾਰੇ ਜਾਣਦੇ ਹੋ, ਤੁਸੀਂ ਤਾਂ ਇਹ ਭਵ ਸਾਗਰ ਚੋਂ ਪਾਰ ਹੋਏ ਬੈਠੇ ਹੋ। ਤੇ ਉਹ ਕਹਿੰਦਾ ਜੀ ਠੀਕ ਆ, ਤੁਸੀਂ ਸਾਡਾ ਸਤਿਕਾਰ ਕਰ ਰਹੇ ਹੋ, ਪਰ ਫਿਰ ਵੀ ਸਾਨੂੰ ਕੋਈ ਸਾਧਨ ਦੱਸੋ, ਕਿਵੇਂ ਇਹ ਜਿਹੜਾ ਦੁਨੀਆ ਦਾ ਭਵ ਸਾਗਰ ਦੁੱਤਰ ਤਰਨਾ ਔਖਾ, ਇਹਦੇ ਚੋਂ ਜੀ ਪਾਰ ਹੋਵੇ। ਫਿਰ ਪਾਤਸ਼ਾਹ ਨੇ ਹੁਣ ਉਦਾਹਰਣ ਦੇ ਕੇ ਸਮਝਾਇਆ ਸਾਡੇ ਭਲੇ ਵਾਸਤੇ ਕਿ ਜੈਸੇ ਜਲ ਮਹਿ ਕਮਲ ਨਰਾਲਮ, ਮੁਰਗਾਈ ਨੇ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਬਖਾਣੇ। ਮਹਾਰਾਜ ਜੀ ਕਹਿੰਦੇ ਜਿਵੇਂ ਜਲ ਦੇ ਅੰਦਰ, ਪਾਣੀ ਦੇ ਅੰਦਰ ਜਿਹੜਾ ਕਮਲ ਫੁੱਲ ਆ ਉਹ ਨਿਰਲੇਪ ਹੋ ਕੇ ਰਹਿੰਦਾ, ਪਾਣੀ ਦੇ ਅੰਦਰ ਖੜਾ ਵੀ ਉਹ ਆਪਦੀ ਮਹਿਕ ਨਹੀਂ ਛੱਡਦਾ। ਪਾਣੀ ਦੇ ਅੰਦਰ ਪਾਣੀ ਭਾਵੇਂ ਗੰਦੇ ਥਾਂ ਵੀ ਖੜਾ ਹੋਵੇ ਉਹਦੇ ਤੇ ਅਸਰ ਨਹੀਂ ਹੁੰਦਾ, ਨਿਰਲੇਪ ਹੋ ਕੇ ਰਹਿੰਦਾ ਪਾਣੀ ਤੋਂ। ਜੈਸੇ ਜਲ ਮੈਂ ਕਮਲ ਨਰਾਲਮ, ਮੁਰਗਾਈ ਨੇ ਸਾਣੇ। ਮੁਰਗਾਬੀ ਆ ਜਾਨਵਰ, ਆਪਾਂ ਵੇਖਦੇ ਛੱਪੜਾਂ 'ਚ ਰਹਿੰਦੇ ਆ, ਉਹ ਪਾਣੀ ਦੇ ਅੰਦਰ ਹੀ ਰਹਿੰਦੇ ਆ, ਪਾਣੀ ਤੋਂ ਹੀ ਆਪਦੀ ਖੁਰਾਕ ਲੈਂਦੇ ਆ, ਪਰ ਆਪਦੇ ਖੰਭ ਨਹੀਂ ਭਿੱਜਣ ਦਿੰਦੀ ਮੁਰਗਾਬੀ। ਜਦੋਂ ਜੀ ਕਰਦਾ ਪਾਣੀ ਦੇ ਵਿੱਚੋਂ ਉਡਾਰੀ ਮਾਰ ਜਾਂਦੀ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਇਹ ਸੰਸਾਰ ਦੇ ਅੰਦਰ ਇਸ ਤਰ੍ਹਾਂ ਰਹਿਣਾ ਸਿੱਖੋ, ਜਿਵੇਂ ਕਮਲ ਫੁੱਲ ਨਿਰਲੇਪ ਰਹਿੰਦਾ ਪਾਣੀ 'ਚ ਰਹਿੰਦਾ ਹੋਇਆ, ਮੁਰਗਾਬੀ ਇਹ ਛੱਪੜ ਪਾਣੀ ਦੇ ਅੰਦਰ ਰਹਿੰਦੀ ਆ, ਤਰਦੀ ਰਹਿੰਦੀ ਆ, ਖੁਰਾਕ ਵੀ ਖਾਂਦੀ ਆ, ਕਈ ਵਾਰ ਚੁੱਭੀ ਵੀ ਮਾਰ ਜਾਂਦੀ ਹੈ, ਪਰ ਉਹ ਆਪਦੇ ਖੰਭ ਨਹੀਂ ਗਿੱਲੇ ਹੋਣ ਦਿੰਦੀ। ਜਦੋਂ ਉਡਾਰੀ ਮਾਰਦੀ ਆ ਇੱਕ ਬੂੰਦ ਨਹੀਂ ਚੁੱਕਦੀ। ਇਸੇ ਤਰ੍ਹਾਂ ਤੁਸੀਂ ਆਪਣੀ ਸੁਰਤ ਦਾ ਜਿਹੜਾ ਖਿਆਲ ਆ ਤੁਹਾਡਾ ਉਹ ਪਰਮਾਤਮਾ ਨਾਲ ਜੋੜ ਕੇ ਰੱਖੋ, ਤੇ ਸਰੀਰਕ ਤੌਰ ਤੇ ਤੁਸੀਂ ਸੰਸਾਰ ਦੇ ਅੰਦਰ ਰਹੋ, ਇਹਨੂੰ ਛੱਡ ਕੇ ਭੱਜਣ ਦੀ ਲੋੜ ਨਹੀਂ ਹੈ। ਜਦੋਂ ਤੁਹਾਡਾ ਸਮਾਂ ਆਵੇ, ਜਿਵੇਂ ਮੁਰਗਾਬੀ ਇੱਕ ਬੂੰਦ ਪਾਣੀ ਦੀ ਨਹੀਂ ਚੁੱਕਦੀ, ਉਡਾਰੀ ਮਾਰ ਜਾਂਦੀ ਆ, ਤੁਹਾਡੀ ਰੂਹ ਵੀ ਉਸ ਮਾਲਕ ਦੇ ਨਾਮ 'ਚ ਮਿਲ ਕੇ ਉਡਾਰੀ ਮਾਰ ਜੇ, ਸੰਸਾਰ ਦਾ ਭੋਰਾ ਵੀ ਖਿਆਲ ਨਾ ਰਵੇ। ਜਿਵੇਂ ਮੁਰਗਾਬੀ ਪਾਣੀ ਦੇ ਅੰਦਰ ਆਪਣੇ ਖੰਭ ਨਹੀਂ ਗਿੱਲੇ ਹੋਣ ਦਿੰਦੀ, ਤੁਸੀਂ ਵੀ ਆਪਣੀ ਸੁਰਤ ਨੂੰ ਇਹ ਭਵ ਸਾਗਰ ਦੁਨੀਆ ਦੇ ਵਿਚਾਰਾਂ 'ਚ ਡੁੱਬਣ ਨਾ ਦਿਓ, ਤਾਂ ਕਿ ਜਦੋਂ ਤੁਹਾਡੀ ਰੂਹ ਨੇ ਉਡਾਰੀ ਮਾਰਨੀ ਆ ਤੁਹਾਨੂੰ ਮੁਸ਼ਕਲ ਹੋਵੇ। ਇਹ ਉਦਾਹਰਨ ਦਿੱਤੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ, ਜੈਸੇ ਜਲ ਮੈਂ ਕਮਲ ਨਰਾਲਮ, ਮੁਰਗਾਈ ਨੇ ਸਾਣੇ। ਉਹ ਕਹਿੰਦੇ ਜੀ ਫਿਰ ਇਹ ਸੰਭਵ ਕਿਵੇਂ ਹੋ ਸਕਦਾ, ਕਿਵੇਂ ਇਹ ਸੰਭਵ ਹੋ ਸਕਦਾ? ਅਸੀਂ ਆਪਣੀ ਸੁਰਤ ਨੂੰ ਉੱਚਾ ਚੁੱਕ ਕੇ ਰੱਖੀਏ ਇਹ ਭਵ ਸਾਗਰ ਸੰਸਾਰ ਦੇ ਵਿਚਾਰਾਂ ਤੋਂ। ਮਹਾਰਾਜ ਨੇ ਫਿਰ ਸਮਝਾਇਆ, ਕਹਿੰਦੇ ਸ਼ਬਦ ਸੁਰਤ ਭਵ ਸਾਗਰ ਤਰੀਐ,
ਨਾਨਕ ਨਾਮ ਬਖਾਣੇ। ਸ਼ਬਦ ਨਾਲ ਸੁਰਤ ਨੂੰ ਜੋੜ ਕੇ ਨਾਨਕ ਨਾਮ ਬਖਾਣੇ। ਜਦੋਂ ਪ੍ਰਮਾਤਮਾ ਦਾ ਨਾਮ ਬੋਲਦੇ ਹੋ, ਜਪਦੇ ਹੋ, ਆਪਦੀ ਸੁਰਤ ਨੂੰ ਆਪਦੀ ਆਵਾਜ਼ ਨਾਲ ਜੋੜੋਗੇ, ਹੌਲੀ ਹੌਲੀ ਐਸੀ ਤੁਹਾਡੀ ਅਵਸਥਾ ਬਣ ਜਾਊਗੀ ਜਿਵੇਂ ਕਮਲ ਫੁੱਲ ਪਾਣੀ 'ਚ ਰਹਿੰਦਾ ਨਿਰਲੇਪ ਰਹਿੰਦਾ, ਮੁਰਗਾਬੀ ਪਾਣੀ 'ਚ ਨਿਰਲੇਪ ਰਹਿੰਦੀ ਆ। ਇਸੇ ਤਰ੍ਹਾਂ ਤੁਹਾਡੀ ਵੀ ਜਿਹੜੀ ਸੁਰਤ ਆ ਉਹ ਭਵ ਸਾਗਰ ਸੰਸਾਰ ਦੇ ਅੰਦਰ ਰਹਿੰਦੀ ਹੋਈ ਇਹ ਸੰਸਾਰ ਦੇ ਨਾਲੋਂ ਨਿਰਲੇਪ ਰਹੇਗੀ। ਫੇਰ ਉਹਨੇ ਹੱਥ ਬੰਨ ਕੇ ਬੇਨਤੀ ਕੀਤੀ, ਕਹਿੰਦਾ ਜੀ ਕਿਰਪਾ ਕਰਕੇ ਸਮਝਾਓ ਕਿਵੇਂ ਇਨਸਾਨ, ਕਿਵੇਂ ਹਰ ਸਮੇਂ ਇਹ ਭਵ ਸਾਗਰ ਤੋਂ ਕਿਨਾਰਾ ਕਰ ਸਕਦਾ। ਪਾਤਸ਼ਾਹ ਫਿਰ ਅੱਗੇ ਹੋਰ ਸਮਝਾ ਰਹੇ ਆ, ਕਹਿੰਦੇ ਰਹਿ ਇਕਾਂਤ ਏਕੋ ਮਨ ਵਸਿਆ, ਆਸਾ ਮਾਹੇ ਨਰਾਸੋ, ਅਗਮ ਅਗੋਚਰ ਦੇਖ ਦਿਖਾਏ, ਨਾਨਕ ਤਾਕਾ ਦੱਸੋ। ਕਹਿੰਦੇ ਇਕਾਂਤ ਰਹੇ, ਇਹ ਨਹੀਂ ਕਿ ਇਕੱਲੇ ਨੇ ਰਹਿਣਾ। ਸੰਸਾਰ ਦੇ ਵਿੱਚ ਰਹਿੰਦਾ ਹੋਇਆ ਆਪਣੇ ਮਨ ਨੂੰ ਇਕਾਂਤ ਕਰਕੇ ਰੱਖੇ। ਕਿਹਦੇ ਨਾਲ ਜੋੜ ਕੇ ਰੱਖੇ? ਰਹੇ ਇਕਾਂਤ ਇੱਕੋ ਮਨ ਵਸਿਆ। ਉਸ ਇੱਕ ਪ੍ਰਮਾਤਮਾ ਦੇ ਨਾਲ ਜੁੜ ਕੇ ਉਹਦੀ ਜ਼ਾਤ ਮਨ ਦੇ ਅੰਦਰ ਵਸਜੇ, ਉਹਦਾ ਨਾਮ ਮਨ ਦੇ ਅੰਦਰ ਵਸਜੇ। ਆਸਾ ਮਾਹੇ ਨਰਾਸੋ। ਆ ਜਿਹੜੀਆਂ ਸੰਸਾਰ ਦੀਆਂ ਆਸ਼ਾ ਨੇ, ਤ੍ਰਿਸ਼ਨਾਵਾਂ ਨੇ, ਇਹਨਾਂ ਵੱਲੋਂ ਨਿਰਾਸ਼ ਰਵੇ। ਤੇ ਜੇ ਇਹੋ ਜਿਹੀ ਅਵਸਥਾ ਬਣ ਜਾਂਦੀ ਆ, ਉਹਨੂੰ ਫਿਰ ਕਹਿੰਦੇ ਨੇ ਪਰਮਾਤਮਾ ਦੇ ਪਿਆਰੇ। ਅਗੰਮ ਅਗੋਚਰ ਦੇਖ ਦਿਖਾਏ, ਨਾਨਕ ਤਾਕਾ ਦੱਸੋ। ਫਿਰ ਜਿਹੜੇ ਉਸ ਅਗੰਮ, ਜੋ ਅਗੰਮੀ ਹੈ, ਗਮ ਤੋਂ ਰਹਿਤ ਹੈ, ਅਗੋਚਰ, ਸਾਡੇ ਇਹ ਗਿਆਨ ਤੇ ਕਰਮ ਇੰਦਰੀਆਂ ਤੋਂ ਪਰੇ ਦੀ ਗੱਲ ਆ, ਉਹਨੂੰ ਆਪ ਦੇਖ ਲਵੇ ਤੇ ਹੋਰਨਾਂ ਨੂੰ ਦਿਖਾਵੇ। ਬੜਾ ਗਹਿਰੀ ਪਾਤਸ਼ਾਹ ਨੇ ਇੱਥੇ ਆਪਾਂ ਨੂੰ ਬਾਣੀ ਸਮਝਾਤੀ। ਅਗੰਮ ਅਗੋਚਰ ਦੇਖ, ਪਹਿਲਾਂ ਉਸ ਮਾਲਕ ਨੂੰ ਦੇਖੇ, ਦੇਖ ਦਿਖਾਏ, ਫਿਰ ਹੋਰਾਂ ਨੂੰ ਦਿਖਾਵੇ। ਨਾਨਕ ਤਾਕਾ ਦੱਸੋ। ਕਹਿੰਦੇ ਅਸੀਂ ਉਸ ਇਹੋ ਜਿਹੇ ਗੁਰਮੁਖਾਂ ਦੇ ਦਾਸ ਬਣਦੇ ਆ। ਤੇ ਜਦੋਂ ਇਹ ਵਿਚਾਰ ਸੁਣੀ ਤਾਂ ਇੱਕ ਹੋਰ ਸਿੱਧ ਨੇ ਆ ਕੇ ਬੇਨਤੀ ਕੀਤੀ, ਕਹਿੰਦਾ ਜੀ ਸੁਣ ਸੁਆਮੀ ਅਰਦਾਸ ਹਮਾਰੀ, ਪੁੱਛੋ ਸਾਚ ਵਿਚਾਰੋ। ਇਹ ਗੁਰੂ ਨਾਨਕ ਸੁਆਮੀ ਨਿਕਲ ਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਸੁਣਾ ਰਹੇ ਆ ਨਾ ਕਹਾਣੀ, ਕਹਿੰਦੇ ਇੰਨਾ ਸਤਿਕਾਰ ਉਹਦੇ ਮੁਖ ਚੋਂ ਨਿਕਲ ਗਿਆ, ਉਹਨੇ ਸਾਨੂੰ ਸੁਆਮੀ ਕਹਿ ਕੇ ਪੁਕਾਰਿਆ। ਸਾਵਣ ਸੁਣ ਸੁਆਮੀ ਅਰਦਾਸ ਹਮਾਰੀ, ਪੁੱਛੋ ਸਾਚ ਵਿਚਾਰੋ। ਇਹ ਸਾਡੇ ਮਾਲਕ ਗੁਰੂ ਨਾਨਕ ਸੁਆਮੀ ਜੀ, ਸਾਡੀ ਇੱਕ ਬੇਨਤੀ ਹੈ ਮੇਰੀ, ਤੁਸੀਂ ਸਾਨੂੰ ਸੱਚ ਦੀ ਵਿਚਾਰ ਸੁਣਾਓ। ਮਹਾਰਾਜ ਜੀ ਕਹਿੰਦੇ ਦੱਸੋ। ਫੇਰ ਨਿਮਰਤਾ 'ਚ ਬੇਨਤੀ ਕਰਦਾ, ਕਹਿੰਦਾ ਰੋਸ ਨਾ ਕੀਜੈ ਉੱਤਰ ਦੀਜੈ। ਕਹਿੰਦੇ ਕਿਰਪਾ ਕਰਕੇ ਮੇਰੀ ਗੱਲ ਦਾ ਰੋਸਾ ਨਾ ਕਰ ਜਿਓ, ਜੋ ਮੈਂ ਪੁੱਛਣਾ ਚਾਹੁੰਦਾ ਉਹਦਾ ਉੱਤਰ ਦਿਓ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜੀ ਦੱਸੋ। ਉਹ ਬੋਲਿਆ, ਕਹਿੰਦਾ ਕਿਉਂ ਭਾਈ ਹੈ ਇਹ ਸੁਆਮੀ ਜੀ, ਕਿਵੇਂ ਉਸ ਪਰਮਾਤਮਾ ਦੀ ਪ੍ਰਾਪਤੀ ਹੋਵੇ। ਮਹਾਰਾਜ ਕਹਿੰਦੇ ਗੁਰਦੁਆਰੋ, ਗੁਰੂ ਦੇ ਦੁਆਰ ਰਾਹੀਂ, ਗੁਰੂ ਦੇ ਗਿਆਨ ਰਾਹੀਂ ਇਸ ਰਸਤੇ ਚੱਲ ਕੇ ਉਸ ਆਪਣੇ ਮਾਲਕ ਦੀ ਪ੍ਰਾਪਤੀ ਹੋ ਸਕਦੀ ਹੈ। ਕਹਿੰਦੇ ਇਹ ਮਨ ਚਲ ਤੋਂ ਸੱਚ ਘਰ ਵੈਸੈ। ਕਹਿੰਦੇ ਇਹ ਜਿਹੜਾ ਸਾਡਾ ਮਨ ਹਰ ਸਮੇਂ ਚਲਾਏਮਾਨ ਰਹਿੰਦਾ, ਟਿਕਾਊ 'ਚ ਨਹੀਂ ਆਉਂਦਾ, ਆਪਣੇ ਅਸਲੀ ਘਰ 'ਚ ਨਹੀਂ ਰਹਿੰਦਾ। ਇਹਨੂੰ ਕਿਵੇਂ ਥਿਰ ਕੀਤਾ ਜਾਵੇ, ਕਾਹਦਾ ਆਸਰਾ ਦਿੱਤਾ ਜਾਵੇ। ਕਿਉਂਕਿ ਬਸ ਐਸੇ ਗੱਲ ਦੀ ਸਾਰਿਆਂ ਨੂੰ ਵੱਡੀ ਮੁਸ਼ਕਲ ਹੈ, ਸਾਡਾ ਮਨ ਆਪਣੇ ਅਸਲੀ ਘਰ ਦੇ ਅੰਦਰ ਬਹਿੰਦਾ ਨਹੀਂ ਹੈ। ਪਾਤਸ਼ਾਹ ਤਾਂ ਬਾਣੀ 'ਚ ਸਮਝਾ ਰਹੇ ਆ ਕਿ ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ। ਕਿਤੇ ਆਪਾਂ ਸੌਣ ਲੱਗੇ ਪੜ੍ਹਦੇ ਆ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੋਹਰ ਨਾ ਹੋਏਗੋ ਫੇਰਾ। ਹੁਣ ਸਿੱਧ ਨੇ ਬੇਨਤੀ ਕੀਤੀ,
ਕਹਿੰਦੇ ਜੀ ਕਾਹਦਾ ਆਸਰਾ ਦਈਏ। ਇਸ ਮਨ ਨੂੰ ਜਿਹੜਾ ਹਰ ਸਮੇਂ ਦੌੜੇ ਹੀ ਰਹਿੰਦਾ, ਇਹ ਮਨ ਚੱਲ ਤੋ ਸੱਚ ਘਰ ਵੈਸੇ। ਪਾਤਸ਼ਾਹ ਕਹਿੰਦੇ ਨਾਨਕ ਨਾਮ ਆਧਾਰੋ, ਕਿ ਭਾਈ ਇਸ ਮਨ ਨੂੰ ਮਾਲਕ ਦੇ ਨਾਮ ਦਾ ਆਧਾਰ ਬਣਾਓ, ਉਹਦਾ ਆਸਰਾ ਦਿਓ। ਜਿਹੜਾ ਸੱਚਾ ਆਸਰਾ ਹੈ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਨ ਭੁੱਖਾਂ ਸਭ ਗਵਾਈਆਂ। ਫੇਰ ਪ੍ਰਸ਼ਨ ਕੀਤਾ, ਕਹਿੰਦਾ ਜੀ ਆਪੇ ਮੇਲ ਮਲਾਏ ਕਰਤਾ। ਕਹਿੰਦੇ ਜੀ ਉਹ ਕਰਤਾ ਪੁਰਖ ਕਿਹੜੇ ਜੀਵਾਂ ਤੇ ਕਿਰਪਾ ਕਰਕੇ ਆਪਣੇ ਦੇ ਨਾਲ ਮਿਲਾਉਂਦਾ, ਕਿਹਦੇ ਤੇ ਨਜ਼ਰ ਕਰਦਾ। ਪਾਤਸ਼ਾਹ ਕਹਿੰਦੇ ਲਾਗੇ ਸਾਚ ਪਿਆਰੋ, ਜਿਨ੍ਹਾਂ ਨੇ ਸੰਗਤ ਕਰਕੇ ਗੁਰੂ ਦੀ ਮੱਤ ਲੈ ਕੇ ਝੂਠ ਸੰਸਾਰ ਤੋਂ ਆਪਣੀ ਵਿਰਤੀ ਤੋੜ ਕੇ ਪਰਮਾਤਮਾ ਦੇ ਸੱਚ ਨਾਮ ਦੇ ਨਾਲ ਜੋੜੀ। ਇਹ ਵਿਚਾਰ ਜਦੋਂ ਚੱਲ ਰਹੀ ਸੀ ਤਾਂ ਫਿਰ ਅੱਗੇ ਹੋਰ ਸਿੱਧਾਂ ਨੇ ਜਿਹੜਾ ਲੋਹਾ ਰੀਪਾ ਗੋਰਖ ਪੂਤ, ਗੋਰਖ ਦਾ ਮਹਾਨ ਚੇਲਾ ਲੋਹਾ ਰੀਪਾ, ਉਹਨੇ ਫਿਰ ਸਤਿਗੁਰੂ ਪਾਤਸ਼ਾਹ ਦੇ ਅੱਗੇ ਵਿਚਾਰ ਕਰਨੀ ਸ਼ੁਰੂ ਕੀਤੀ। ਕਹਿੰਦਾ ਐ ਨਾਨਕ, ਸਾਡਾ ਜਿਹੜਾ ਸਿਧਾਂਤ ਹੈ ਉਹ ਇਸ ਤਰ੍ਹਾਂ ਦਾ, ਕਿਰਪਾ ਕਰਕੇ ਸਮਝਾਓ ਇਹ ਠੀਕ ਆ ਜਾਂ ਗਲਤ ਆ। ਕੀ ਉਹਨਾਂ ਦਾ ਸਿਧਾਂਤ ਆ? ਜਿਹੜੇ ਸਿੱਧ ਲੋਕ ਸੀ ਉਹਨਾਂ ਦਾ ਸਿਧਾਂਤ ਹੁਣ ਦੱਸ ਰਿਹਾ ਚਰਪ ਆਪਣਾ ਲੋਹਾ ਰੀਪਾ। ਕਹਿੰਦਾ ਜੀ ਹਾਟੀ ਬਾਟੀ ਰਹਿ ਨਰਾਲੇ, ਰੂਖ ਬਿਰਖ ਉਦਿਆਨੋ, ਕੰਧ ਮੂਲ ਆਹਾਰੋ ਖਾਈਐ, ਉਦੋਂ ਬੋਲੇ ਗਿਆਨੋ। ਹਾਟੀ ਕਹਿੰਦੇ ਨੇ ਹੱਟੀਆਂ ਨੂੰ, ਬਾਟੀ ਕਹਿੰਦੇ ਨੇ ਰਸਤੇ ਨੂੰ। ਕਹਿੰਦੇ ਜੀ ਅਸੀਂ ਤਾਂ ਆ ਸੰਸਾਰ ਦੀਆਂ ਜਿਹੜੀਆਂ ਦੁਕਾਨਾਂ ਨੇ, ਹੱਟੀਆਂ ਨੇ, ਬਾਜ਼ਾਰ ਨੇ, ਤੇ ਜਿਹੜੇ ਇੱਧਰ ਨੂੰ ਜਾਂਦੇ ਰਸਤੇ ਆ ਉਹ ਵੀ ਤਿਆਗ ਤੇ। ਇਸ ਕਰਕੇ ਅਸੀਂ ਜੰਗਲਾਂ 'ਚ ਰਹਿੰਦੇ ਆ, ਪਰਬਤਾਂ ਤੇ ਰਹਿੰਦੇ ਆ। ਹਾਟੀ ਬਾਟੀ ਰਹਿ ਨਰਾਲੋ, ਰੂਖ ਬਿਰਖ ਉਦਿਆਨੋ। ਅਸੀਂ ਆ ਜੰਗਲਾਂ ਦੇ ਅੰਦਰ, ਬਿਰਖਾਂ ਦੀਆਂ ਛਾਵਾਂ ਦੇ ਅੰਦਰ ਇਹਨਾਂ ਨਾਲ ਪਿਆਰ ਪਾਉਣਾ ਸਾਡਾ ਸਿਧਾਂਤ ਆ। ਵੀ ਜਿਹੜਾ ਦੁਨੀਆ ਦੀਆਂ ਬਾਜ਼ਾਰ ਨੇ, ਦੁਨੀਆ ਦੇ ਹੱਟ ਨੇ, ਇਹਨਾਂ ਦੇ ਨਾਲੋਂ ਅਸੀਂ ਦੂਰ ਰਹਿਣਾ ਚਾਹੁੰਦੇ ਆ। ਕੰਧ ਮੂਲ ਆਹਾਰੋ ਖਾਈਏ, ਉਦੋਂ ਬੋਲੇ ਗਿਆਨੋ। ਕਹਿੰਦੇ ਅਸੀਂ ਕੰਧ ਮੂਲ ਖਾਂਦੇ ਹਾਂ, ਕਿਉਂਕਿ ਜਿਹੜੇ ਜੰਗਲਾਂ 'ਚ ਰਹਿਣ ਵਾਲੇ ਇਹ ਸਾਧੂ ਮਹਾਤਮਾ ਜਾਂ ਆਮ ਲੋਕ ਨੇ, ਉਹ ਖਾਂਦੇ ਨੇ ਕੰਧ ਮੂਲ। ਕੰਧ ਕਹਿੰਦੇ ਨੇ ਜਿਹੜਾ ਫਲ ਲੱਗਦਾ ਵ੍ਰਿਸ਼ ਨੂੰ, ਤੇ ਮੂਲ ਕਹਿੰਦੇ ਨੇ ਜਿਹੜਾ ਧਰਤੀ ਦੇ ਅੰਦਰ ਪੈਦਾ ਹੁੰਦੇ ਆ, ਜਿਵੇਂ ਮੂਲੀਆਂ, ਸ਼ਲਗਮ ਜਾਂ ਹੋਰ ਜਿਹੜੇ ਧਰਤੀ 'ਚ ਪੈਦਾ ਹੁੰਦੇ ਆ, ਜਿਹੜਾ ਉੱਪਰ ਫਲ ਲੱਗਦਾ ਇਹਨੂੰ ਕਹਿੰਦੇ ਨੇ ਕੰਧ। ਕਹਿੰਦੇ ਅਸੀਂ ਤਾਂ ਕੰਧ ਮੂਲ ਆਹਾਰੋ ਖਾਈਏ, ਉਦੋਂ ਬੋਲੇ ਗਿਆਨੋ। ਵੀ ਅਸੀਂ ਤਾਂ ਇਹ ਸਾਰਾ ਜੰਗਲਾਂ ਦੇ ਅੰਦਰ ਰਹਿਣਾ ਕਰਦੇ ਆ। ਸੰਸਾਰ ਦੀਆਂ ਜਿਹੜੇ ਆ ਬਾਜ਼ਾਰ ਨੇ, ਹੱਟੀਆਂ ਨੇ, ਰਸਤੇ ਨੇ, ਇਹ ਤਿਆਗ ਤੇ ਕੰਧ ਮੂਲ ਖਾਂਦੇ ਆ। ਤੀਰਥ ਨਹਾਈਏ ਸੁੱਖ ਫਲ ਪਾਈਏ, ਮੈਲ ਨਾ ਲਾਗੇ ਕਾਈ। ਕਹਿੰਦੇ ਅਸੀਂ ਤੀਰਥਾਂ ਤੇ ਰਹਿੰਦੇ ਆ, ਫਿਰ ਤੀਰਥਾਂ ਦੀ ਯਾਤਰਾ ਕਰਦੇ ਰਹਿੰਦੇ ਆ ਕਿ ਕਿਸੇ ਤਰ੍ਹਾਂ ਸਾਡੇ ਮਨ ਨੂੰ ਜਦੋਂ ਸੰਸਾਰ 'ਚ ਅਸੀਂ ਵਿਚਰਾਂਗੇ ਤੇ ਉਦੋਂ ਕਿਸੇ ਤਰ੍ਹਾਂ ਦੀ ਮੈਲ ਨਾ ਲੱਗ ਜਾਵੇ। ਗੋਰਖ ਪੂਤ ਲੋਹਾ ਰੀਪਾ, ਬੋਲੇ ਜੋਗ ਜੁਗਤ ਬਿਦ ਸਾਈ। ਗੋਰਖ ਦਾ ਚੇਲਾ, ਗੋਰਖ ਦਾ ਪੁੱਤਰ ਲੋਹਾ ਰੀਪਾ, ਇਹ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਅੱਗੇ ਸਿਧਾਂਤ ਦੱਸ ਰਿਹਾ ਆਪਦੀ ਮੱਤ ਦਾ, ਕਿ ਅਸੀਂ ਤਾਂ ਇਸ ਤਰ੍ਹਾਂ ਰਹਿੰਦੇ ਆ। ਦੁਨੀਆ ਤੋਂ ਕਿਨਾਰਾ ਕੀਤਾ ਹੋਇਆ, ਜੰਗਲਾਂ 'ਚ ਰਹਿੰਦੇ ਆ, ਦੁਨੀਆ ਦੇ ਪਦਾਰਥ ਨਹੀਂ ਖਾਂਦੇ, ਕੰਧ ਮੂਲ ਖਾਂਦੇ ਆ, ਤੀਰਥਾਂ ਤੇ ਜਾਂਦੇ ਆ ਤੇ ਸਾਡੇ ਮਨ ਨੂੰ ਮੈਲ ਨਾ ਲੱਗੇ। ਤੇ ਇਹ ਸਾਡੀ ਜੁਗਤੀ ਆ ਉਸ ਮਾਲਕ ਦੇ ਮਿਲਾਪ ਦੇ ਕਰਨ ਦੀ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਇੱਥੇ ਫਿਰ ਸਮਝਾ ਰਹੇ ਆ, ਕਹਿੰਦੇ ਜੀ ਠੀਕ ਆ ਤੁਹਾਡਾ ਮਤ ਜਿਹੜਾ ਠੀਕ ਆ, ਪਰ ਸਾਡਾ ਜਿਹੜਾ ਸਿਧਾਂਤ ਆ ਹੁਣ ਉਹ ਸੁਣਨਾ ਸ਼ੁਰੂ ਕਰੋ। ਕਹਿੰਦੇ ਹਾਟੀ ਬਾਟੀ ਨੀਂਦ ਨਾ ਆਵੇ। ਕਹਿੰਦੇ ਜੇ ਹੁਣ ਸਾਰਾ ਸੰਸਾਰ ਹੀ ਇਹ ਕਿਰਤ ਦਾ ਤਿਆਗ ਕਰ ਦੇਵੇ,
ਦੁਨੀਆ ਦਾ ਕੰਮ ਕਰਨਾ ਛੱਡ ਦੇਵੇ, ਜੰਗਲਾਂ 'ਚ ਰਹਿਣ ਲੱਗ ਜਾਣ ਤੇ ਤੀਰਥਾਂ ਤੇ ਰਹਿਣ ਲੱਗ ਜਾਣ ਤੇ ਦੁਨੀਆ ਦੀ ਕਿਰਤ ਨਹੀਂ ਕਰਨਗੇ। ਜੇ ਦੁਨੀਆ ਦੀ ਕਿਰਤ ਨਹੀਂ ਕਰਨਗੇ, ਸੰਸਾਰ ਦੇ ਅੰਦਰ ਪੈਸਾ ਚਾਹੀਦਾ ਆਪਾਂ ਨੂੰ, ਰੋਟੀ ਕੱਪੜਾ ਔਰ ਮਕਾਨ, ਹੋਰ ਕਰਮ ਨੇ ਸੰਸਾਰ ਦੇ ਜਿਹੜੇ ਦੁਨੀਆ ਦੇ ਮਾਇਆ ਤੋਂ ਬਗੈਰ ਨਹੀਂ ਹੁੰਦੇ, ਤੇ ਫਿਰ ਇਹ ਕੰਮ ਕਿਵੇਂ ਚੱਲੇਗਾ ਸੰਸਾਰ ਦਾ। ਜੇ ਤੁਸੀਂ ਤਾਂ ਆਪ ਸ਼ਮੇਰ ਪਰਬਤ ਤੇ ਆ ਕੇ ਬਹਿ ਗਏ, ਤੇ ਜੇ ਸਾਰਾ ਸੰਸਾਰ ਹੀ ਇਸ ਤਰ੍ਹਾਂ ਹੋ ਜੇ, ਫਿਰ ਇਹ ਸੰਸਾਰ ਦਾ ਖੇਡ ਕਿਵੇਂ ਚੱਲੂਗਾ। ਇਸ ਗੱਲ ਦਾ ਸਿੱਧਾਂ ਕੋਲੇ ਕੋਈ ਜਵਾਬ ਨਹੀਂ ਸੀ। ਜਿਵੇਂ ਅੱਜ ਵੀ ਆਪਾਂ ਵੇਖਦੇ ਹਾਂ, ਬਹੁਤ ਸਾਰੇ ਜੀਵਾਂ ਦੇ ਮਨ ਦੇ ਅੰਦਰ ਇਹ ਭਰਮ ਕਿ ਜੇ ਅਸੀਂ ਧਰਮ ਦੇ ਰਸਤੇ ਚੱਲਣਾ ਤਾਂ ਸਾਡੇ ਘਰ ਦੇ ਕੰਮ ਛੁੱਟ ਜਾਣਗੇ, ਸਾਨੂੰ ਸੰਸਾਰ ਚੋਂ ਪਾਸੇ ਰਹਿਣਾ ਪਊ। ਗੁਰੂ ਨਾਨਕ ਦੇ ਘਰ ਨੇ ਨਹੀਂ ਇਹ ਸਿਖਾਇਆ ਸਾਨੂੰ। ਪਾਤਸ਼ਾਹ ਹੁਣ ਉੱਥਾਂ ਨੂੰ ਉਹਨਾਂ ਨੂੰ ਸਮਝਾ ਰਹੇ, ਉਹਨਾਂ ਨੇ ਬੇਨਤੀ ਕੀਤੀ, ਕਹਿੰਦੇ ਜੀ ਫਿਰ ਤੁਹਾਡਾ ਕੀ ਸਿਧਾਂਤ ਹੈ, ਤੁਸੀਂ ਉਸ ਪ੍ਰਭੂ ਦੇ ਨਾਲ ਮਿਲਾਪ ਕਰਨ ਦਾ ਕੀ ਸਿਧਾਂਤ ਦੱਸਦੇ ਹੋ। ਮਹਾਰਾਜ ਕਹਿੰਦੇ ਅਸੀਂ ਨਹੀਂ ਕਿਸੇ ਨੂੰ ਸਿਖਾਉਂਦੇ ਕਿ ਤੁਸੀਂ ਘਰ-ਬਾਰ ਛੱਡ ਕੇ ਜੰਗਲਾਂ 'ਚ ਜਾਓ, ਤੁਸੀਂ ਸ਼ਾਦੀਆਂ ਨਾ ਕਰਵਾਓ, ਤੁਸੀਂ ਘਰ ਦੇ ਕੰਮ ਨਾ ਕਰੋ, ਤੇ ਤੁਸੀਂ ਆਹ ਸੰਸਾਰ ਦੇ ਕੰਦ ਮੂਲ ਖਾਓ ਤੇ ਕੀ ਕਰੋ। ਮਹਾਰਾਜ ਹੁਣ ਸਮਝਾ ਰਹੇ ਆ, ਕਹਿੰਦੇ ਹਾਟੀ ਬਾਟੀ ਨੀਂਦ ਨਾ ਆਵੇ। ਕਹਿੰਦੇ ਇਹ ਸੰਸਾਰ ਦੇ ਅੰਦਰ ਬਾਜ਼ਾਰ ਵੀ ਨੇ, ਰਸਤੇ ਵੀ ਨੇ, ਹੱਟਾਂ ਵੀ ਨੇ, ਜਿੱਥੋਂ ਲੋਕਾਂ ਨੇ ਦੁਕਾਨਾਂ ਤੋਂ ਸਮਾਨ ਵੀ ਖਰੀਦਣਾ। ਪਰ ਇੱਕ ਗੱਲ ਦਾ ਖਿਆਲ ਰੱਖਿਓ, ਇਹਨਾਂ ਸੰਸਾਰ ਦੀਆਂ ਹੱਟੀਆਂ ਤੇ ਜਾਂਦੇ ਹੋਏ, ਇਹਨਾਂ ਰਸਤਿਆਂ ਤੇ ਚੱਲਦੇ ਹੋਏ ਤੁਹਾਡਾ ਜਿਹੜਾ ਮਨ ਆ ਉਹ ਅਗਿਆਨਤਾ ਦੀ ਨੀਂਦ 'ਚ ਨਾ ਸੌਂ ਜੇ, ਉਹ ਤ੍ਰੈ ਗੁਣਾਂ ਦੀ ਨੀਂਦ 'ਚ ਨਾ ਸੌਂ ਜੇ। ਉਹ ਕਹਿੰਦੇ ਜੀ ਜੇ ਸੌਂ ਜੇ ਫਿਰ ਕੀ ਹੁੰਦਾ। ਮਹਾਰਾਜ ਹੁਣ ਇੱਥੇ ਸਮਝਾ ਰਹੇ ਆ, ਕਹਿੰਦੇ ਜਿਹੜਾ ਇਨਸਾਨ ਕਿਰਤ ਨਹੀਂ ਕਰਦਾ ਉਹਨੂੰ ਪੈਸੇ ਦੀ ਤਾਂ ਲੋੜ ਆ, ਉਹ ਕਰਦੇ ਕੀ ਆ ਫਿਰ, ਉਹ ਦੂਸਰਿਆਂ ਦੇ ਪੈਸੇ ਵੱਲ ਧਿਆਨ ਰੱਖਦੇ ਆ ਕਿ ਸਾਨੂੰ ਕਿਤੋਂ ਕੋਈ ਮਾਇਆ ਦੇ ਕੇ ਜਾਵੇ, ਕਿਉਂਕਿ ਚਾਹੀਦੀ ਆ, ਤੁਹਾਨੂੰ ਕੱਪੜਾ ਵੀ ਚਾਹੀਦਾ, ਭੋਜਨ ਵੀ ਚਾਹੀਦਾ, ਹੋਰ ਕੰਮਾਂ ਲਈ ਵੀ ਮਾਇਆ ਚਾਹੀਦੀ ਆ। ਇਸੇ ਕਰਕੇ ਆ ਜਿਹੜਾ ਧਰਮ ਦਾ ਰਸਤਾ, ਇਹਦੇ ਤੇ ਚੱਲ ਕੇ ਇਨਸਾਨ ਕਈ ਵਾਰ ਕਿਰਤ ਤੋਂ ਦੂਰ ਹੋ ਜਾਂਦੇ ਆ, ਫਿਰ ਪਰਾਏ ਮਿਹਨਤਕਸ਼ ਲੋਕਾਂ ਦੀ ਕਮਾਈ ਹੜੱਪਣ ਦੇ ਲਈ ਬਹੁਤ ਸਾਰੇ ਪਖੰਡ ਕੀਤੇ ਜਾਂਦੇ ਆ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਮਝਾ ਰਹੇ ਆ, ਸਿੱਧੋ ਹਾਟੀ ਬਾਟੀ ਨੀਂਦ ਨਾ ਆਵੇ। ਇਹ ਸੰਸਾਰ 'ਚ ਰਹਿੰਦਿਆਂ ਹੋਇਆਂ, ਸੰਸਾਰ 'ਚ ਵਿਚਰਦਿਆਂ ਹੋਇਆਂ ਇਸ ਤਰ੍ਹਾਂ ਰਹੋ ਕਿ ਤੁਸੀਂ ਅਗਿਆਨਤਾ ਦੀ ਤ੍ਰੈ ਗੁਣਾਂ ਦੀ ਨੀਂਦ ਨਾ ਤੁਹਾਨੂੰ ਆ ਜੇ। ਉਹ ਕਹਿੰਦੇ ਜੀ ਨਿਸ਼ਾਨੀ ਕੀ ਆ ਫਿਰ ਜੇ ਨਹੀਂ ਨੀਂਦ ਆਉਂਦੀ। ਮਹਾਰਾਜ ਕਹਿੰਦੇ ਪਰ ਘਰ ਚਿੱਤ ਨਾ ਡੁਲਾਈ। ਜਿਹੜੇ ਫਿਰ ਜਾਗਤ ਅਵਸਥਾ 'ਚ ਆ ਜਾਂਦੇ ਆ, ਉਹ ਕਿਸੇ ਬਗਾਨਾ ਜਿਹੜੇ ਇਹ ਪਦਾਰਥ ਆ ਉਹਨਾਂ ਦੀ ਆਸ ਨਹੀਂ ਰੱਖਦੇ। ਉਹ ਤਾਂ ਇਹ ਸਮਝਦੇ ਆ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਮਰਦਾਰ ਨਾ ਖਾਏ। ਉਹ ਆਪਣੀ ਦਸਾਂ ਨੋਹਾਂ ਦੀ ਕਿਰਤ ਕਰਦੇ ਆ, ਨਾਲ ਦੀ ਨਾਲ ਧਰਮ ਦੇ ਰਸਤੇ ਚੱਲ ਕੇ ਉਹ ਪਰਾਏ ਧਨ ਤੇ ਪਰਾਏ ਧਨ ਤੇ ਆਪਣਾ ਚਿੱਤ ਨਹੀਂ ਡਲਾਉਂਦੇ। ਤੇ ਉਹਨਾਂ ਨੇ ਫਿਰ ਪੁੱਛਿਆ, ਕਹਿੰਦੇ ਜੀ ਤੀਰਥਾਂ ਤੇ ਜਾਂਦੇ ਆ ਲੋਕ, ਅਸੀਂ ਵੀ ਜਾਂਦੇ ਆ, ਤੇ ਇਹਨਾਂ ਤੇ ਜਾ ਕੇ ਅਸੀਂ ਚਾਹੁੰਦੇ ਆ ਮੈਲ ਨਹੀਂ ਲੱਗਦੀ ਤੇ ਮਨ ਨੂੰ ਸ਼ਾਂਤੀ ਹੁੰਦੀ ਹੈ। ਮਹਾਰਾਜ ਕਹਿੰਦੇ ਚੰਗੀ ਗੱਲ ਆ, ਜਾਇਆ ਕਰੋ। ਜੇ ਇਹਨਾਂ ਬਾਹਰੀ ਤੀਰਥਾਂ ਤੇ ਜਾ ਕੇ ਉਸ ਤੀਰਥ ਦਾ ਤੁਸੀਂ ਗਿਆਨ ਲੈ ਲੈਂਦੇ ਹੋ ਜਿੱਥੇ ਸਾਡੇ ਮਨ ਨੇ ਇਸ਼ਨਾਨ ਕਰਨਾ, ਜਿਹਨੂੰ ਆਤਮ ਤੀਰਥ ਕਹਿਤਾ ਗੁਰਬਾਣੀ, ਸੱਚ ਤਾਂ ਪਰ ਜਾਣੀਏ ਜੇ ਆਤਮ ਤੀਰਥ ਕਰੇ ਨਿਵਾਸ। ਜੇ ਤੁਸੀਂ ਇਹਨਾਂ ਤੀਰਥਾਂ ਤੇ ਤਨ ਦੇ ਇਸ਼ਨਾਨ ਕਰਕੇ ਮਨ ਦਾ ਇਸ਼ਨਾਨ ਕਰਾਉਣਾ ਸਿੱਖ ਲਿਆ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ ਫੇਰ ਤਾਂ ਠੀਕ ਆ। ਤੁਸੀਂ ਆਪਦੇ ਮਨ ਦੀ ਮੈਲ ਉਤਾਰ ਲਈ, ਇਹਨਾਂ ਬਾਹਰੀ ਤੀਰਥਾਂ ਤੇ ਜਾ ਕੇ ਅਸਲੀ ਤੀਰਥ ਦਾ ਸਿੱਖਿਆ ਲੈ ਕੇ ਉੱਤੇ ਮਨ ਦਾ ਇਸ਼ਨਾਨ ਕਰਾ ਲਿਆ, ਜਿਹਦੇ ਬਾਰੇ ਆਪਾਂ ਮਹਾਰਾਜ ਦੀ ਬਾਣੀ 'ਚ ਪੜ੍ਹਦੇ ਹਾਂ, ਮੈਲ ਗਈ ਮਨ ਨਿਰਮਲ ਹੋਆ ਅੰਮ੍ਰਿਤਸਰ ਤੀਰਥ ਨਹਾਏ।
ਉਹ ਸਾਡੇ ਸਰੀਰ ਦੇ ਅੰਦਰ ਜਿਹੜਾ ਅੰਮ੍ਰਿਤ ਦਾ ਸਰੋਵਰ ਹੈ, ਜੇ ਉਹਦੇ 'ਚ ਇਸ਼ਨਾਨ ਕਰ ਲਿਆ ਫੇਰ ਤਾਂ ਨਹੀਂ ਮੈਲ ਲੱਗੇਗੀ। ਨਹੀਂ ਤਾਂ ਫਿਰ ਪਾਤਸ਼ਾਹ ਕਹਿੰਦੇ ਐਸਾ ਵੀ ਹੋ ਜਾਂਦਾ, ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਉ ਲੱਥੀ ਨਹਾਤਿਆਂ ਦੋਏ ਭਉ ਚੜੀਐਸ ਹੋਰ। ਉਹ ਕਹਿੰਦੇ ਜੀ ਫਿਰ ਤੁਸੀਂ ਤਾਂ ਹਰੇਕ ਗੱਲ ਦਾ ਹੀ ਖੰਡਨ ਕਰੀ ਜਾਂਦੇ ਹੋ। ਜੇ ਅਸੀਂ ਇਸ ਤਰ੍ਹਾਂ ਹੀ ਆਪਦਾ ਜੀਵਨ ਆਪਣਾ ਚਲਾਉਂਦੇ ਰਹੇ, ਪਰਿਵਾਰਾਂ 'ਚ ਰਹੇ, ਪਹਾੜਾਂ 'ਚ ਰਹੇ, ਇੱਥੇ ਨਹੀਂ ਸਾਡੇ ਮਨ ਨੂੰ ਟਿਕਾ, ਤੇ ਫਿਰ ਪਰਿਵਾਰਾਂ 'ਚ ਕਿਉਂਕਿ ਹਾਲਤ ਇਹੋ ਜਿਹੀ ਹੋ ਜਾਂਦੀ ਸੀ, ਜਤੀ ਕਹਾਵੇ ਜੁਗਤ ਨਾ ਜਾਣੇ ਛੱਡ ਬਹੇ ਘਰ ਬਾਰ। ਬੜੇ ਪਾਤਸ਼ਾਹ ਦੇ ਸਖਤ ਸ਼ਬਦ ਨੇ ਜਿਹੜੇ ਧਰਮ ਦੇ ਨਾਂ ਤੇ ਪਖੰਡ ਕਰ ਕਰਕੇ ਦਿਖਾਉਂਦੇ ਆ, ਪਰ ਧਿਆਨ ਇਹ ਸੰਸਾਰ ਦੇ ਪਦਾਰਥਾਂ 'ਚ ਪਰਾਏ ਤਨ ਤੇ ਪਰਾਏ ਧਨ 'ਚ ਡੁੱਬੇ ਰਹਿੰਦੇ ਆ। ਪਾਤਸ਼ਾਹ ਨੇ ਉਹਨਾਂ ਨੂੰ ਸਾਵਧਾਨ ਕੀਤਾ। ਕਹਿੰਦੇ ਕੱਲਾ ਭੇਖ ਪਾਉਣ ਦੇ ਨਾਲ, ਕੱਲਾ ਤੀਰਥਾਂ ਤੇ ਗੇੜੇ ਕੱਢਣ ਦੇ ਨਾਲ, ਕੱਲੇ ਪਖੰਡ ਕਰਨ ਦੇ ਨਾਲ, ਪਹਾੜਾਂ 'ਚ ਰਹਿਣ ਦੇ ਨਾਲ ਤੁਹਾਡੇ ਮਨ ਦਾ ਟਿਕਾਓ ਨਹੀਂ ਬਣੇਗਾ ਜਿੰਨਾ ਚਿਰ ਇਹਨੂੰ ਆਸਰਾ ਨਹੀਂ ਹੈ। ਉਹ ਕਹਿੰਦੇ ਜੀ ਫਿਰ ਤੁਸੀਂ ਮਨ ਨੂੰ ਕਿਵੇਂ ਟਿਕਾਉਂਦੇ ਹੋ, ਕਿਵੇਂ ਆਪਦੇ ਮਨ ਨੂੰ ਕਾਹਦਾ ਆਸਰਾ ਦਿੰਦੇ ਹੋ? ਪਾਤਸ਼ਾਹ ਨੇ ਫਿਰ ਸਮਝਾਇਆ। ਉਹਨਾਂ ਨੇ ਪੁੱਛਿਆ, ਕਹਿੰਦੇ ਭੁੱਖ ਇਨਸਾਨ ਦੀ ਕਿਵੇਂ ਦੂਰ ਹੁੰਦੀ ਹੈ? ਕਿਉਂਕਿ ਤ੍ਰਿਸ਼ਨਾ ਤਾਂ ਮੁੱਕਦੀ ਨਹੀਂ ਹੈ। ਭੁੱਖਿਆਂ ਭੁੱਖ ਨਾ ਉਤਰੀ ਬੰਨਾ ਪੁਰੀਆ ਭਾਰ, ਭੁੱਖ ਕਿਵੇਂ ਉਤਰੇ? ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਬਿਨ ਨਾਵੈ ਮਨ ਟੇਕ ਨਾ ਟੇਕਈ, ਨਾਨਕ ਭੂਖ ਨਾ ਜਾਈ। ਬਿਨਾਂ ਪ੍ਰਮਾਤਮਾ ਦੇ ਨਾਮ ਤੋਂ ਨਾ ਤਾਂ ਮਨ ਦਾ ਟਿਕਾਓ ਬਣੇ ਤੇ ਨਾ ਇਹਦੀ ਭੁੱਖ ਜਾਵੇ। ਇਸੇ ਕਰਕੇ ਪਾਤਸ਼ਾਹ ਸਮਝਾ ਰਹੇ ਆਪਾਂ ਨੂੰ, ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹੋ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਸਿੱਧਾ ਨੇ ਬੇਨਤੀ ਕੀਤੀ, ਪਾਤਸ਼ਾਹ ਫਿਰ ਇਹ ਚੀਜ਼ ਵਸਤੂ ਕਿੱਥੋਂ ਮਿਲਦੀ ਆ? ਅਸੀਂ ਵੀ ਚਾਹੁੰਦੇ ਆ ਸਾਡੇ ਮਨ ਦੀ ਭੁੱਖ ਮਿਟ ਜੇ। ਕਿਹੜੇ ਹੱਟ ਨੇ, ਕਿਹੜੇ ਰਸਤੇ ਨੇ, ਕਿਹੜੇ ਸ਼ਹਿਰ ਨੇ ਜਿੱਥੋਂ ਜਾ ਕੇ ਇਹ ਵਸਤੂ ਦੀ ਪ੍ਰਾਪਤੀ ਹੋ ਸਕਦੀ ਹੈ? ਪਾਤਸ਼ਾਹ ਫਿਰ ਸਮਝਾ ਰਹੇ ਆ, ਕਹਿੰਦੇ ਹਾਟ ਪੱਟਣ ਘਰ ਗੁਰੂ ਦਿਖਾਇਆ, ਸਹਿਜੇ ਸੱਚ ਵਪਾਰੋ। ਕਹਿੰਦੇ ਇਹ ਸ਼ਹਿਰ ਦੇ ਅੰਦਰ ਹੀ, ਇੱਥੇ ਸਰੀਰ ਨੂੰ ਸ਼ਹਿਰ ਕਹਿਤਾ, ਕਹਿੰਦੇ ਇਸੇ ਸ਼ਹਿਰ ਦੇ ਅੰਦਰ ਹੀ ਬਹੁਤ ਸਾਰੇ ਹੱਟ ਨੇ ਜਿਹੜੇ ਗੁਰੂ ਦੀ ਕਿਰਪਾ ਦੇ ਨਾਲ ਦੀਂਦੇ ਆ। ਫਿਰ ਜਿਵੇਂ ਬਹੁਤ ਸਾਰੇ ਹੱਟ ਨੇ, ਖੁੱਲੇ ਹੱਟ ਹੋਆ ਵਪਾਰ, ਪਰ ਚਾਰ ਮੇਨ ਹੱਟ ਦੱਸੇ ਗਏ ਨੇ ਗੁਰਮਤਿ 'ਚ, ਜਿਹਨੂੰ ਇੱਕ ਸਤੂ ਹੱਟ ਦਾ ਨਾਂ ਦਿੱਤਾ ਗਿਆ, ਇੱਕ ਰਜੂ ਹੱਟ ਦਾ ਨਾਂ ਦਿੱਤਾ ਗਿਆ, ਇੱਕ ਤਮੋ ਹੱਟ ਦਾ ਨਾਂ ਦਿੱਤਾ ਗਿਆ, ਇੱਕ ਮੋਖ ਦੇ ਹੱਟ ਦਾ ਨਾਂ ਦਿੱਤਾ ਗਿਆ। ਤੇ ਤਿੰਨਾਂ ਹੱਟਾਂ ਦਾ ਸੰਸਾਰ ਦੇ ਨਾਲ ਸੰਬੰਧ ਹੈ, ਤੇ ਚੌਥੇ ਮੋਖ ਦੇ ਹੱਟ ਦਾ ਪਰਮਾਤਮਾ ਦੇ ਨਾਲ ਸੰਬੰਧ ਆ, ਜਿੱਥੋਂ ਨਾਮ ਦਾ ਸੌਦਾ ਮਿਲਦਾ। ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਸਮਝਾਇਆ ਰਹੇ ਨੇ, ਹਾਟ ਪੱਟਣ ਘਰ ਗੁਰੂ ਦਿਖਾਇਆ, ਸਹਿਜੇ ਸੱਚ ਵਪਾਰੋ। ਇਹ ਸਰੀਰ ਰੂਪੀ ਸ਼ਹਿਰ ਦੇ ਅੰਦਰ ਹੀ ਹੱਟ ਖੁੱਲੇ ਹੋਏ ਨੇ, ਜਿੱਥੇ ਸਹਿਜ ਦੇ ਅੰਦਰ ਜਾ ਕੇ ਸੱਚ ਦਾ ਵਪਾਰ ਕੀਤਾ ਜਾਂਦਾ ਹੈ। ਉਹ ਕਹਿੰਦੇ ਜੀ ਫਿਰ ਅਸੀਂ ਤਾਂ ਕੰਦ ਮੂਲ ਖਾਂਦੇ ਆ, ਅਸੀਂ ਸੰਸਾਰ ਦਾ ਤਿਆਗ ਕਰਤਾ। ਇਹਨਾਂ ਹੱਟਾਂ ਤੇ ਜਾ ਕੇ ਜੇ ਜੀਵ ਨੂੰ ਸੋਝੀ ਆ ਜੇ ਤਾਂ ਕਿਹੜੀ ਚੀਜ਼ ਦਾ ਫਿਰ ਆਪਣਾ ਤਿਆਗ ਕੀਤਾ ਜਾਂਦਾ ਤੇ ਕੀ ਖਾਇਆ ਜਾਂਦਾ? ਮਹਾਰਾਜ ਕਹਿੰਦੇ ਖੰਡ ਤੇ ਨਿੰਦਰਾ ਅਲਪ ਆਹਾਰੰ। ਕਹਿੰਦੇ ਜਦੋਂ ਗੁਰੂ ਦੀ ਕਿਰਪਾ ਹੁੰਦੀ ਆ, ਸਾਰਿਆਂ ਤੋਂ ਪਹਿਲਾਂ ਆ ਜਿਹੜੀ ਅਗਿਆਨਤਾ ਦੀ ਨਿੰਦਰਾ ਹੈ, ਅਗਿਆਨਤਾ ਦੀ ਨੀਂਦ ਹੈ, ਇਹਨੂੰ ਜੀਵ ਖੰਡਦਾ, ਇਹਨੂੰ ਖਤਮ ਕਰਦਾ। ਖੰਡ ਤੇ ਨਿੰਦਰਾ ਅਲਪ ਆਹਾਰੰ। ਕਹਿੰਦੇ ਫਿਰ ਭੋਜਨ ਤਾਂ ਸੰਸਾਰ ਦਾ ਖਾਂਦੇ ਨੇ, ਥੋੜਾ ਖਾਂਦੇ ਨੇ। ਅਲਪ ਆਹਾਰੰ, ਥੋੜਾ ਖਾਣਾ, ਥੋੜਾ ਸੌਣਾ। ਇਹ ਨਹੀਂ ਕਿ ਇੰਨਾ ਭੋਜਨ ਛਕ ਲਈਏ। ਮਹਾਰਾਜ ਕਹਿੰਦੇ ਇੱਕ ਗੱਲ ਤਾਂ ਤੁਹਾਡੀ ਅਸੀਂ ਮੰਨਣ ਨੂੰ ਤਿਆਰ ਹਾਂ ਕਿ ਜੈਸਾ ਅੰਨ ਵੈਸਾ ਮਨ। ਜਿਹੋ ਜਿਹਾ ਜੀਵ ਪਦਾਰਥ ਭੋਜਨ ਖਾਂਦਾ, ਉਹੋ ਜਿਹਾ ਸਾਡੇ ਮਨ ਤੇ ਅਸਰ ਹੋ ਜਾਂਦਾ। ਇਸ ਗੱਲ ਦਾ ਤੁਹਾਨੂੰ ਲਾਭ ਆ, ਜਿਹੜਾ ਤੁਸੀਂ ਸ਼ੁੱਧ ਭੋਜਨ ਖਾਂਦੇ ਹੋ, ਇਹਦੇ ਨਾਲ ਤੁਹਾਡੇ ਮਨ ਦੀ ਬਿਰਤੀ ਕੁਝ ਠੀਕ ਰਹਿੰਦੀ ਹੈ। ਇਸ ਗੱਲ ਨੂੰ ਅਸੀਂ ਮੰਨਦੇ ਹਾਂ। ਤੀਰਥਾਂ ਤੇ ਜਾਂਦੇ ਹੋ, ਥੋੜਾ ਬਹੁਤਾ ਮਨ ਤੇ ਅਸਰ ਰਹਿੰਦਾ,
पर जिहड़ी असलीयत है वो महाराज ने समझाती। कहंदे खंडत निंद्रा अल्प आहारं नानक तत् विचारो। कहंदे थोड़ा खाना, अज्ञानता दी निंद्रा दा त्याग करना, नानक तत् विचारो। ये चाहे तुसी पहाड़ां च रह के कर लो, चाहे परिवारां च रह के कर लो, पर एक गल दा ख्याल रखियो, जिन्ना भजन बंदगी, जिन्ना सुख आपदे परिवारां च रह के परिवार दी उस मालिक दी किरपा दे नाल ते इत्थे आपदे घरां च रह के वाहिगुरू दा सिमरन कीता जा सकदा है ते परिवारां च, क्योंकि जदों परिवार तो पासे हुंदा फिर परिवार दी चिंता भी हुंदी है, परिवार दा मोह भी खिचदा ते परिवारां च रह के इसे करके गुरु नानक दे घर ने आपां नूं इह ज्ञान दिता। ना जंगलां च जाण दी लोड़ आ, ना पहाड़ां च जाण दी लोड़ आ, ना जल धारे करन दी लोड़ आ, ना धुइयां तापण दी लोड़ आ। तुसी अपने परिवारां च रहिंदे होए दुनिया दी किरत करदे होए तिन्ने सिद्धांत हन, किरत करनी, नाम जपना ते वंड के छकना। किरत करी चलो, प्रभु दा नाम जपी चलो ते वंड के छको। तुहाडा भाईचारक जिहड़ी सांझ आ ਉਹ बनी रवे। ये तिन्ने सिद्धांत गुरु नानक दे घर ने सानू दिते। नानक तत् विचारो बिन नावे मन टेक ना टेकई। कहंदे बिना परमात्मा दे नाम तो ना मन दा कोई आसरा ते ना ही मन दा कोई जिहड़ा भुखा, नानक भूख ना जाई। बिन नावे मन टेक ना टेकई, नानक भूख ना जाई। बिना परमात्मा दी नाम तो उदी बंदगी तो ना ये मन दा टकाओ बने ते ना इहदी भुख जावे। भुखिया भुख ना उतरी जे बन्ना पुरिया भार। इस करके आपां यतन करना हुंदा मन दी भुख खत्म करन वास्ते। अरदास करिए सतगुर दे चरनां च कि सच्चे पातशाह कृपा करो। बिन तुध होर जे मंगना, सिर दुखां कै दुख, देहो नाम संतोखिया, उतरै मन की भुख। सानू आपदे नाम दी दात बख्शिश करो जिहदे नाल साडे मन दी भुख लै जे। नहीं तां सारी जिंदगी इंसान दी भुख नहीं मिटदी, तृष्णा रूपी अगन नहीं बुझदी ते इहदे अंदर ही जीव जली जांदा। इस करके पातशाह अपने ते किरपा करन, सारियां ते ये दात आपां नूं बख्शिश करन। आओ फिर बाकी दा समा हुण आपां बचन मन्नीए गुरु दे। घर सुख वसिया बाहर सुख पाया, कहो नानक गुर मंत्र दृढ़ाया। हाँ जी, करो जी शुरू। वाहिगुरू वाहिगुरू वाहिगुरू।